ਹੈ ਟੈਕਨੋਲੋਜੀ ਦਾ ਇੱਕ ਬਹੁਤ ਹੀ ਵਧੀਆ ਜਿਹੜਾ ਹੈ ਇਨੀਸ਼ੀਏਟਿਵ ਜਿਵੇਂ ਕਿ ਉਪਰਾਲਾ ਕਹਿੰਦੇ ਆ ਉਹ ਚੱਲ ਰਿਹਾ ਹੈ, ਜਿਹਦੇ ਵਿੱਚ ਗ੍ਰਾਸਰੂਟ ਇਨੋਵੇਟਰਸ ਦੀ ਜਿਹੜੀ ਹੈ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਂਦਾ, ਉਹਨੂੰ ਲੱਭਿਆ ਜਾਂਦਾ ਵਾ ਤੇ ਉਹਨਾਂ ਦੇ ਆਈਡੀਆਜ਼ ਦੇ ਉੱਪਰ ਕੰਮ ਕੀਤਾ ਜਾਂਦਾ ਵਾ ਤੇ ਨਾਲ ਦੇ ਨਾਲ ਉਹਨਾਂ ਦੇ ਆਈਡੀਆਜ਼ ਨੂੰ ਦੇਖਿਆ ਜਾਂਦਾ ਵੀ ਕਿ ਕਿੰਨੇ ਕੀ ਵਧੀਆ ਆਈਡੀਆਜ਼ ਉਹਨਾਂ ਕੋਲ ਹੈ ਤੇ ਇਸੇ ਮਕਸਦ ਤੇ ਡਿਫਰੈਂਟ ਸਕੂਲ ਕਾਲਜਿਸ ਤੇ ਆਈਟੀਆਈ ਪੋਲੀਟੈਕਨਿਕ ਕਾਲਜਿਸ ਦੇ ਵਿੱਚ ਵੀ ਜਿਹੜਾ ਕਿ ਅਸੀਂ ਡਿਫਰੈਂਟ ਏਰੀਆਜ਼ ਵਿੱਚ ਸੈਸ਼ਨ ਕਰ ਰਹੇ ਹਾਂ ਤਾਂ ਕਿ ਇਸ ਤਰ੍ਹਾਂ ਦੇ ਗ੍ਰਾਸਰੂਟ ਇਨੋਵੇਟਰਸ ਨੂੰ ਅਸੀਂ ਫਾਈਂਡ ਆਊਟ ਕਰ ਸਕੀਏ। ਤੇ ਸਭ ਤੋਂ ਪਹਿਲਾਂ ਮੈਨੂੰ ਇਹ ਦੱਸਿਓ ਕਿ ਗ੍ਰਾਸਰੂਟ ਇਨੋਵੇਟਰਸ ਬਾਰੇ ਪਤਾ ਸਾਰਿਆਂ ਨੂੰ ਕੌਣ ਹੁੰਦੇ ਨੇ ਗ੍ਰਾਸਰੂਟ ਇਨੋਵੇਟਰਸ? ਓਕੇ ਠੀਕ ਹੈ, ਤੇ ਇਨੋਵੇਟਰਸ ਬਾਰੇ ਪਤਾ ਕੌਣ ਹੁੰਦੇ ਨੇ ਇਨੋਵੇਟਰਸ? ठीक है, सारा कुछ दसूंगा आज मैं बहुत ही चंगी तरह क्लियर करूंगा। जेकर तुम सुनोगे तब तुम सारा समझ के जाओगे कि हाँ इनोवेटर्स कौन होंगे ने, ग्रासरूट इनोवेटर्स कौन होंगे ने ते ग्रिप का जेड़ा सेशन है वो कादे वास्ते ਅਸੀਂ ਲੈ ਕੇ ਆਏ ਹਾਂ ਬੱਚਿਆਂ ਵਾਸਤੇ ਹੈ ਨਾ ਤੇ ਆਈਆਈਟੀ ਤੋਂ ਵੀ ਜਿਹੜੇ ਸਾਡੇ ਆਈਆਈਟੀ ਰੋਪੜਸ ਹੋ ਗਏ ਔਰ ਆਈਆਈਟੀ ਅੰਮ੍ਰਿਤਸਰ ਹੋ ਗਏ ਉਹਨਾਂ ਦੇ ਸਾਰਿਆਂ ਦੇ ਜਿਹੜੇ ਹੈ ਸਪੋਰਟਸ ਨਾਲ ਆਈਐਸਪੀ ਦੇ ਸਪੋਰਟਸ ਨਾਲ ਜਿਹੜਾ ਇਹ ਆਈਆਈਟੀ ਦੇ ਵਿੱਚ ਬਹੁਤ ਸਾਰੇ ਸੈਸ਼ਨਸ ਪਹਿਲਾਂ ਅਸੀਂ ਕਰ ਚੁੱਕੇ ਨੇ, ਠੀਕ ਹੈ ਤੇ ਆਈਟੀਆਈ ਦੇ ਵਿੱਚ ਇਹ ਸੈਸ਼ਨ ਪਹਿਲੀ ਵਾਰ ਕਰ ਰਹੇ ਹਾਂ ਤੇ ਪੋਲੀਟੈਕਨਿਕ ਦੇ ਵਿੱਚ ਵੀ ਅਸੀਂ ਜਿਹੜੇ ਕਾਲਜਿਸ ਦੇ ਵਿੱਚ ਉਹ ਵੀ ਅਸੀਂ ਪਹਿਲੀ ਵਾਰ ਕਰ ਰਹੇ ਹਾਂ ਤੇ ਆਈ ਹੋਪ ਤੁਹਾਨੂੰ ਸੁਣ ਕੇ ਜਿਹੜਾ ਹੈ ਬਹੁਤ ਹੀ ਚੰਗਾ ਲੱਗੂਗਾ। ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਨਾ ਦਿਖ ਰਿਹਾ ਕਿ ਗ੍ਰਿਪ ਜਿਹੜਾ ਹੈ ਇਨੀਸ਼ੀਏਟਿਵ ਸੀਗਾ ਪੰਜਾਬ ਗਵਰਨਮੈਂਟ ਦਾ ਗ੍ਰਾਸਰੂਟ ਇਨੋਵੇਟਰਸ ਆਫ ਪੰਜਾਬ। ਜਿਵੇਂ ਤੁਹਾਨੂੰ ਗ੍ਰਾਸਰੂਟ ਇਨੋਵੇਟਰਸ ਬਾਰੇ ਨਹੀਂ ਪਤਾ ਉਹ ਸਾਰਾ ਕੁਝ ਮੈਂ ਦੱਸੂਗਾ ਆਪਣੇ ਜਿਹੜੇ ਸਲਾਈਡ ਨੇ, ਠੀਕ ਹੈ ਤੇ ਕੋਈ ਲੈਕਚਰ ਨਹੀਂ ਹੋਊਗਾ ਤੁਹਾਡੇ ਵਾਸਤੇ, ਕਹਿ ਸਕਦੇ ਹੋ ਨੌਲੇਜੇਬਲ ਚੀਜ਼ ਹੋਊਗੀ ਜਿੱਥੇ ਤੁਸੀਂ ਸਿੱਖ ਕੇ ਜਾਓਗੇ, ਠੀਕ ਹੈ। ਇਨੋਵੇਟਰਸ ਬਾਰੇ ਤੁਹਾਨੂੰ ਪਤਾ ਲੱਗੂਗਾ, ਜਿਸ ਫੀਲਡ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਸ ਬਾਰੇ ਤੁਹਾਨੂੰ ਥੋੜਾ ਬਹੁਤ ਪਤਾ ਲੱਗੂਗਾ ਕਿ ਹਾਂ ਇਸ ਫੀਲਡ ਦੇ ਵਿੱਚ ਵੀ ਸਕੋਪ ਹੈ ਕਿ ਨਹੀਂ ਹੈ, ਕਿ ਅਸੀਂ ਇਸ ਫੀਲਡ 'ਚ ਵੀ ਹੋ ਕੇ ਇਨੋਵੇਸ਼ਨ ਕਰ ਸਕਦੇ ਕਿ ਨਹੀਂ ਕਰ ਸਕਦੇ, ਉਹ ਸਾਰਾ ਕੁਝ ਤੁਹਾਨੂੰ ਕਲੀਅਰ ਕਰੂਗਾ, ठीक है। एक कुछ स्लाइड्स के पीछे क्या करते हैं डिफरेंट स्लाइड्स तो मैं थोड़ा सा पूछूंगा बता दूंगा कि अच्छा प्लीज जेडे बोलूंगे उनको ही पूछूंगा पहले क्योंकि उन्होंने ज्यादा अंदर सीगा ताकि वो बोल रहे हैं, ठीक है। ਤੇ ਮੈਨੂੰ ਇਹ ਦੱਸੋ ਡਿਵੈਲਪਡ ਕੰਟਰੀਜ਼ ਤੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਕੀ ਫਰਕ ਹੁੰਦਾ? ਜੇਕਰ ਕਿਸੇ ਨੂੰ ਪਤਾ ਹੈ ਵਿਕਾਸਸ਼ੀਲ ਤੇ ਵਿਕਸਿਤ ਦੇਸ਼ ਦੇ ਵਿੱਚ ਕੀ ਜਿਹੜਾ ਹੈ ਫਰਕ ਹੈ ਅੰਦਰ ਪਾਇਆ ਜਾਂਦਾ, ਕੋਈ ਦੱਸ ਸਕਦਾ ਪਲੀਜ਼? ਇਹਨਾਂ ਤੁਹਾਨੂੰ ਪਤਾ ਹੈ ਕੀ ਅੰਦਰ ਪਾਇਆ ਜਾ ਸਕਦਾ ਹੈ ਕੀ ਪਾਇਆ ਜਾਂਦਾ? ਐਨੀਵਨ ਕਿਸੇ ਨੂੰ ਪਤਾ? ਗਰਲਸ ਤੁਹਾਨੂੰ ਪਤਾ? कोई भी आइडिया ਤੁਹਾਡੇ ਕੋਲ ਹੈ ਕਿ ਆ ਡਿਵੈਲਪਡ ਕੰਟਰੀਜ਼ ਦੇ ਨੇ ਤੇ ਆ ਡਿਵੈਲਪਿੰਗ ਕੰਟਰੀਜ਼ ਵਿਕਾਸਸ਼ੀਲ ਤੇ ਕੁਝ ਨਹੀਂ ਪਤਾ ਡਿਵੈਲਪ ਬਾਰੇ ਨਹੀਂ ਪਤਾ। एक विकास हो गया विकास जी आवाज में कौन है बोली जाते हैं उतना नहीं बोली जाती है पता तो विकास विकसित देश ने ਤੇ ਵਿਕਾਸਸ਼ੀਲ ਦੇਸ਼ ਦੇ ਵਿੱਚ ਪਹਿਲੇ ਹੀ ਅੰਦਰ ਪਾਇਆ ਜਾਂਦਾ ਐਜੂਕੇਸ਼ਨ। ਐਗਰੀ ਕਰਦੇ ਹੋ? ਐਜੂਕੇਸ਼ਨ ਦੇ ਬਾਰੇ ਪਤਾ ਹੈ ਸਾਰਿਆਂ ਨੂੰ, ਠੀਕ ਹੈ ਤੇ ਐਜੂਕੇਸ਼ਨ ਦਾ ਕਿਸ ਤਰ੍ਹਾਂ ਮੈਨੂੰ ਦੱਸੋ ਅੰਦਰ ਪਾਇਆ ਜਾਂਦਾ, ਆਪਣੇ ਆਪਣੇ ਥਾਟਸ ਸ਼ੇਅਰ ਕਰੋ ਪਲੀਜ਼ ਮੈਨੂੰ, ਠੀਕ ਹੈ। ਤੁਹਾਨੂੰ ਕੀ ਲੱਗਦਾ ਕਿ ਵਿਕਸਿਤ ਦੇਸ਼ ਤੇ ਵਿਕਾਸਸ਼ੀਲ ਦੇਸ਼ ਦੇ ਵਿੱਚ ਕਾਫੀ ਡਿਫਰੈਂਸ ਦੇਖਣ ਨੂੰ ਮਿਲਦਾ ਵਾ ਤੇ ਐਜੂਕੇਸ਼ਨ ਕਿਸ ਤਰ੍ਹਾਂ ਇਹਦੇ ਉੱਤੇ ਇਫੈਕਟ ਪਾ ਰਿਹਾ ਜਾਂ ਕਿਵੇਂ ਅੰਤਰ ਜਿਹੜਾ ਸਪਸ਼ਟ ਕਰ ਰਿਹਾ ਹੈ? दसो अपने मन च हैगा ना कोई है कोई भी थॉट है ना ਤੁਹਾਡੇ ਕੋਲ ਪਲੀਜ਼ ਸ਼ੇਅਰ ਕਰੋ ਤਾਂ ਕਿ ਤੁਸੀਂ ਇਜ਼ੀਲੀ ਉਸ ਨੂੰ ਜਿਹੜਾ ਹੈ ਸਮਝ ਸਕੋ। कोई जो भी आता मन से शेयर करो बोलो वो कुड़ियों तेनू तो बोलो सही ताकि बोल उठ दस दे। ਹਾਂਜੀ ਮੈਮ ਪਲੀਜ਼। ਤਾਂ ਕੋਈ ਨਾ ਕੋਈ ਪ੍ਰੋਬਲਮਸ ਆਉਂਦੀ ਹੈ ਬਸ ਚਲੋ ਤੁਸੀਂ ਹੁਣ ਨਹੀਂ ਦੱਸ ਪਾ ਰਹੇ ਹੋ, ਠੀਕ ਹੈ। ਐਜੂਕੇਸ਼ਨ ਦੇ ਵਿੱਚ ਪ੍ਰੋਬਲਮਸ ਆਉਂਦੀਆਂ। ਦੂਸਰੀ ਗੱਲ ਹੈ ਸਕਿੱਲਸ, ਹੈ ਨਾ ਜਿਹੜੇ ਵੀ ਸਕਿੱਲਸ ਨੇ ਤੁਸੀਂ ਇੱਥੋਂ ਸਿੱਖਦੇ ਹੋ ਕਿਤੋਂ ਵੀ ਸਿੱਖ ਰਹੇ ਹੋ ਉਹ ਸਕਿੱਲਸ ਦਿਖਾਉਣ ਦਾ ਮੌਕਾ ਨਹੀਂ ਮਿਲਦਾ ਤੁਹਾਨੂੰ।
डेवलपिंग एरियाज ताकि लोग क्या कर रहे हैं, माइग्रेट हो जा रहे हैं, बाहर चल जा रहे हैं, क्योंकि उन्होंने कोल ਜਿਹੜੇ ਸਕਿੱਲਸ ਹੈ, ਉਹਨਾਂ ਦੇ ਕੋਲ ਜਿਹੜੀ ਕਹਿ ਸਕਦੇ ਹੁਨਰ ਹੈ, ਜਿਹੜਾ ਉਹਨਾਂ ਨੇ ਸਿੱਖਿਆ ਹੈ, ਉਹ ਜਿਹੜੀ ਸਿਖਲਾਈ ਹੈ ਉਹ ਇੱਥੇ ਕੰਮ ਹੀ ਨਹੀਂ ਆ ਰਹੀ ਹੈ। ਪਹਿਲੀ ਗੱਲ ਇਹ ਹੋਗੀ, ਉਹ ਸਿਖਲਾਈ ਬਾਹਰ ਜਾ ਕੇ ਉਹਨਾਂ ਤੋਂ ਜਿਹੜਾ ਇੱਥੋਂ ਪੈਸਾ ਮਿਲ ਰਿਹਾ, ਉਹ ਤੋਂ ਜ਼ਿਆਦਾ ਪੈਸਾ ਉਹਨਾਂ ਨੂੰ ਬਾਹਰ ਮਿਲ ਰਿਹਾ, ਤਾਂ ਉਹ ਜ਼ਿਆਦਾ ਪ੍ਰੈਫਰ ਕਰਦੇ ਕਿ ਅਸੀਂ ਬਾਹਰ ਜਾਈਏ। ਤੁਹਾਨੂੰ ਕਲੀਅਰ ਹੋ ਗਿਆ? ਸਾਰੇ ਅੱਜ ਤੋਂ ਬਾਅਦ ਜਿੰਨੇ ਵੀ ਬੈਠੇ ਆ ਉਹਨਾਂ ਦਾ ਹਰੇਕ ਦਾ ਸੁਪਨਾ ਹੁੰਦਾ ਵਾ ਪੰਜਾਬ ਦੇ ਵਿੱਚ ਕਿ ਅਸੀਂ ਬਾਹਰ ਜਾਈਏ। ਕਾਹਦੇ ਵਾਸਤੇ ਜਾ ਰਹੇ ਸੀ? ਪਹਿਲਾ ਰੀਜ਼ਨ ਇਹ ਹੈ ਕਿ ਜਿਹੜੀ ਸਾਡੇ ਕੋਲ ਸਕਿੱਲਸ ਹੈ ਉਹ ਇੱਥੇ ਯੂਜ਼ ਤਾਂ ਕਰੀਏ, ਬਟ ਉਹਦਾ ਸਾਨੂੰ ਜਿਹੜਾ ਦਾਮ ਹੈ, ਜਿਹੜਾ ਕਹਿੰਦੇ ਨੇ ਕੀਮਤ ਹੈ, ਉਹ ਨਹੀਂ ਮਿਲਦੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਤੁਸੀਂ ਜਿਹੜਾ ਹੈ ਐਗਰੀ ਕਰੋਗੇ, ਠੀਕ ਹੈ? ਪਹਿਲੀ ਗੱਲ ਤਾਂ ਇਹ ਹੋਗੀ, ਇਹ ਡਿਫਰੈਂਸ ਬਹੁਤ ਕ੍ਰੀਏਟ ਕਰ ਦਿੰਦਾ ਹੈ। ਮੰਨਦੇ ਕਿ ਨਹੀਂ ਮੰਨਦੇ? ਸਾਰੇ ਬॉयਜ਼ ਮੰਨਦੇ ਹੋ, ਗਰਲਸ ਮੰਨ ਰਹੇ ਹੋ ਨਾ? ਇਹ ਪੁਆਇੰਟ ਸੀਗਾ, ਠੀਕ ਹੈ? ਹੁਣ ਕਈਆਂ ਦੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਜਿਹੜਾ ITI ਮੈਂ ਕਰ ਲਈ ਤੇ ਇਹੀ ਮੇਰੇ ਵਾਸਤੇ ਲਿਮਿਟਿਡ ਰਿਸੋਰਸ ਹੈ, ਔਰ ਕੁਝ ਨਹੀਂ ਹੈ ਨਾ? ਬਹੁਤ ਦੇ ਦਿਮਾਗ ਨੂੰ ਹੁੰਦਾ ਹੈ डिग्री मैं नहीं लेना चाहता, कोई नहीं लेना चाहती, कोई चक्कर नहीं है, ठीक है? ते मैं इधरों स्किल्स भी ले लेंदी है ITI तो, या ले लेंदा स्किल्स ते लगदा मैनू जाके कि मैं आगे कुछ और कर लूंगा, बहुत बढ़िया, ठीक है? बट वही अपॉर्चुनिटीज बार-बार तुहानू नहीं मिलदी है। समझ आ गया? आ तुहानू जेड़ा है देखने को मिल रहा है डेवलपिंग कंट्रीज। बस जेकर ਅਸੀਂ ਕੰਪੇਅਰ ਕਰੀਏ ਜਾਪਾਨ, ਅਮਰੀਕਾ, ਰਸ਼ੀਆ, ਉਸ ਤੋਂ ਬਾਅਦ ਆਸਟ੍ਰੇਲੀਆ, ਹੈ ਨਾ, ਜਿਹੜੇ ਡਿਵੈਲਪਡ ਨੇ, ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੈ। ਉਹਨਾਂ ਦੇ ਕੱਲੇ ਸਕਿੱਲਸ ਦੀ ਕੱਲੇ ਕੀਮਤ ਹੈ। ਉਹ ਜਿਹੜੀ ਕੀਮਤ ਹੈ ਉਹ ਇੰਡੀਆ ਜਾਂ ਇੰਡੀਆ ਵਰਗੇ ਡਿਵੈਲਪਿੰਗ ਕੰਟਰੀਜ਼ ਨੇ, ਵਿਕਾਸਸ਼ੀਲ ਦੇਸ਼ ਨੇ, ਉਹ ਨਹੀਂ ਦੇ ਪਾ ਰਹੇ। ਤੁਹਾਨੂੰ ਕਲੀਅਰ ਹੋ ਗਿਆ ਸਾਰਾ? ਹਾਂਜੀ ਬॉय, ਪਿੱਛੇ ਤੋਂ ਕਲੀਅਰ ਹੋ ਗਿਆ ਸਾਰਿਆਂ ਨੂੰ? ਚਲੋ अच्छा, एक क्वेश्चन थले लिखा हुआ है, why our India is not a developed country। ਹੁਣ ਮੈਨੂੰ ਇੱਕ ਪੁਆਇੰਟ ਪਲੀਜ਼ ਦੱਸੋ। ਹੁਣ ਤਾਂ ਤੁਹਾਨੂੰ ਬਹੁਤ ਕੁਝ ਸਮਝ ਆ ਗਿਆ, ਹੁਣ ਤਾਂ ਤੁਸੀਂ ਆਪਣੇ ਜਿਹੜੇ ਹੈ ਥਾਟਸ ਸ਼ੇਅਰ ਕਰ ਸਕਦੇ ਹੋ, ਪਲੀਜ਼ ਦੱਸੋ। ਇਹ ਪੰਜਾਬੀ ਨੂੰ ਪੁੱਛੋ, ਪੰਜਾਬੀ ਨੂੰ ਪੁੱਛੋ। ਹੁਣ ਕੁਐਸਚਨ ਦੇਖੋ ਕਿਆ ਹੈ ਪੰਜਾਬੀ ਦੇ ਵਿੱਚ। ਅਸੀਂ ਕਹਿੰਦੇ ਸੀ ਨਾ ਵਿਕਸਿਤ ਦੇਸ਼ ਕਿਉਂ ਨਹੀਂ ਹੈ, ਕਿਉਂ ਨਹੀਂ ਰਹੇਗਾ, ਕਿਉਂ ਨਹੀਂ ਬਣਿਆ ਹਾਲੇ? ਕਿਉਂ ਨਹੀਂ ਦੱਸੋ ਬਈ? ਇਹ ਸਿਕਿਉਰਿਟੀ ਹੈ ਤੁਹਾਨੂੰ ਰੈਡੀ ਤੁਹਾਨੂੰ ਤੁਸੀਂ ਐਗਰੀ ਕਰੋਗੇ ਉਸ ਤੋਂ, ਠੀਕ ਹੈ? ਜਿਵੇਂ ਕਿ ਕੋਈ ਵੀ ਜਾਪਾਨ ਵਰਗਾ ਕੰਟਰੀ ਹੈ ਜਿਹੜਾ ਵਿਕਸਿਤ ਕੋਈ ਵੀ ਦੇਸ਼ ਹੈ, ਉਹ ਵਿਕਸਿਤ ਕਿਉਂ ਹੋਇਆ ਹੈ, ਵਿਕਾਸ ਦੇ ਰਾਹ ਦੇ ਵਿੱਚ ਕਿਵੇਂ ਤੁਰਿਆ? ਉਹਦਾ ਰੀਜ਼ਨ ਇਹ ਸੀਗਾ ਕਿ ਉਹਨਾਂ ਨੇ ਨਾ ਹਮੇਸ਼ਾ ਕੋਈ ਵੀ ਫੈਸਿਲਿਟੀ, ਕੋਈ ਵੀ ਸਹੂਲਤ ਲੈ ਕੇ ਆਉਣੀ ਹੁੰਦੀ ਸੀ ਨਾ, ਉਹ ਹਮੇਸ਼ਾ ਉਸ ਜਿਹੜਾ ਪੇਂਡੂ ਖੇਤਰ ਹੈ, ਗ੍ਰਾਸਰੂਟ ਲੈਵਲ ਹੈ, ਠੀਕ ਹੈ, ਉੱਥੋਂ ਲੈ ਕੇ ਆਉਂਦੇ, ਜ਼ਮੀਨੀ ਪੱਧਰੋਂ ਪਹਿਲਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ। ਹੁਣ ਤੁਹਾਨੂੰ ਕਲੀਅਰ ਹੋਇਆ ਕੁਝ? ਤੁਹਾਨੂੰ ਤੁਸੀਂ ਦੇਖੋ ਕਿਸ ਤਰ੍ਹਾਂ ਮੈਂ ਦੱਸਣਾ ਚਾਹੁੰਦਾ ਵਾ। ਦੇਖੋ ਇੱਕ ਅਰਬਨ ਏਰੀਆ ਹੈ, ਮਤਲਬ ਤੁਹਾਡਾ ਸ਼ਹਿਰੀ ਖੇਤਰ ਹੈ, ਕਿੰਨਾ ਵਿਕਾਸ ਕਰ ਰਿਹਾ? ਉੱਥੇ ਤੁਸੀਂ ਚੱਕੋ ਪਿੰਡਾਂ ਦੇ ਏਰੀਆ ਨੂੰ, ਪਿੰਡ ਦੇ ਏਰੀਆ ਨੂੰ ਚੱਕੋ, ਉਹ ਕਿੰਨਾ ਕੁ ਵਿਕਾਸ ਕਰ ਰਿਹਾ, ਪਿੰਡ ਕਿੰਨਾ ਕੁ ਵਿਕਾਸ ਕਰ ਰਿਹਾ, ਮੈਨੂੰ ਦੱਸੋ। ਬਹੁਤ ਪਿੰਡ ਜਿਹੜਾ ਹੈ ਬਹੁਤ ਘੱਟ ਕਰ ਰਿਹਾ, ਬਟ ਜਿਹੜਾ ਉਹ ਸ਼ਹਿਰੀ ਖੇਤਰ ਜਿਹੜਾ ਹੈ ਬਹੁਤ ਜ਼ਿਆਦਾ ਵਿਕਾਸ ਕਰ ਰਿਹਾ, ਹੈ ਨਾ? ਉਹ ਜਿਹੜੀ ਆ बैलेंस है, ਇਹਨਾਂ ਦਾ ਜਿਹੜਾ बैलेंस है ਉਹ ਵਿਗੜਿਆ ਹੋਇਆ ਹੈ, ਸਟੇਬਲ ਨਹੀਂ ਹੈ, ਸਥਿਰ बैलेंस नहीं है, संतुलन ਜਿਹੜਾ ਹੈ ਉਹ ਸਥਿਰ ਨਹੀਂ ਹੈ। ਸਮਝ ਰਹੇ ਹੋ ਨਾ? ਉਹ ਸਥਿਰ ਨਹੀਂ ਹੈ, ਇਸ ਕਰਕੇ ਉਹ ਡਿਵੈਲਪਿੰਗ ਨਹੀਂ ਹੈ, ਡਿਵੈਲਪ ਨਹੀਂ ਹੈ। ਹਲੇ ਵੀ ਵਿਕਾਸ ਹੋ ਰਿਹਾ ਉਹਦੇ ਵਿੱਚ। ਜਾਪਾਨ ਵਰਗਾ ਏਰੀਆ ਹੈ, ਠੀਕ ਹੈ, ਤੇ ਤੁਹਾਡੇ ਅਮਰੀਕਾ ਹੋ ਗਿਆ, ਇਸ ਤਰ੍ਹਾਂ ਦੇ ਜਿਹੜੇ ਵਿਕਸਿਤ ਦੇਸ਼ ਨੇ, ਉਹਨਾਂ ਦਾ ਮੇਨ ਕੰਮ ਸੀਗਾ ਕਿ ਸਭ ਤੋਂ ਪਹਿਲਾਂ ਇਹ ਜਿਹੜਾ ਡਿਫਰੈਂਸ ਹੈ ਨਾ, ਇਹਨੂੰ ਸਟੇਬਲ ਕਰਾਂ, ਸਥਿਰ ਰੱਖਾਂ, ਇਹਦੇ ਚ ਵਾਧਾ ਨਾ ਹੋਵੇ, ਇਹਦੇ ਚ ਵਾਧਾ ਨਾ ਹੋਵੇ, ਇੱਕੋ ਪਾਸੋਂ ਵਾਧਾ ਕਰੇ। ਤੁਹਾਨੂੰ ਸਮਝ ਆਇਆ? ਗ੍ਰਾਸਰੂਟ ਲੈਵਲ ਤੋਂ ਸਭ ਤੋਂ ਪਹਿਲਾਂ ਫੈਸਿਲਿਟੀ ਦੇਖੋ। ਜਿਹੜਾ ਸ਼ਹਿਰ ਹੈ ਉਹਨਾਂ ਦਾ ਵਿਕਾਸ ਹੋਣਾ ਹੀ ਹੈ, ਆਪੇ ਗਰੋਥ ਆ ਜੂਗੀ ਉਹਦੇ ਚ, ਬਟ ਪਿੰਡਾਂ ਨੂੰ ਚੱਕੂਗਾ। ਮੇਨ ਗੱਲ ਇਹ ਹੈ ਨਾ, ਪਿੰਡਾਂ ਦਾ ਤਾਂ ਆਪ ਤਾਂ ਹੋਣਾ ਨਹੀਂ ਹੈਗਾ, ਉਹਨਾਂ ਨੂੰ ਸਹੂਲਤ ਦੇਣੀ ਪੈਣੀ ਤਾਂ ਕਿ ਉਹ ਵੀ ਉਸੇ ਸੇਮ ਰੇਸ ਤੇ ਦੌੜ ਸਕੇ ਜਿਹਦੇ ਚ ਸ਼ਹਿਰੀ ਖੇਤਰ ਜਿਹੜਾ ਹੈ ਚੱਲ ਰਿਹਾ ਜਾਂ ਦੌੜ ਰਿਹਾ। ਹੁਣ ਤੁਹਾਨੂੰ ਕਲੀਅਰ ਹੋ ਗਿਆ? ਹੁਣ ਕਲੀਅਰ ਹੋ ਰਿਹਾ ਕਿ ਕਿਉਂ ਡਿਵੈਲਪਡ ਨਹੀਂ ਹੈ ਇੰਡੀਆ? क्या इंडिया वर्गे और कंट्रीज डेवलप क्यों नहीं है? क्योंकि उनकी स्टेबिलिटी नहीं है। ਹੁਣ ਤੁਹਾਨੂੰ ਕਲੀਅਰ ਹੋ ਗਿਆ? ਐਗਰੀ ਕਰਦੇ ਹੋ? ਚਲੋ अच्छा, तो मैंने दोस्तों इन्वेंशन दी इनोवेशन के बीच का डिफरेंस क्या होता है? इन्वेंशन यानी खोज, इनोवेशन यानी नवीनीकरण। दोस्तों इनका डिफरेंस क्या होता है? क्या पाया जाता है ਇਹਦੇ ਚ ਅੰतर? एक अंतर जरूर ਹੁੰਦਾ है ਜਿਹੜਾ ਇਹਨਾਂ ਚ डिफरेंस ਪਾਇਆ ਜਾਂਦਾ, ਉਹ ਤੁਹਾਡੇ ਨਾਲ ਬਹੁਤ ਜ਼ਿਆਦਾ ਜਿਹੜਾ ਹੈ ਕਹਿ ਸਕਦੇ ਹੋ जुड़े हुए हैं। दसो प्लीज इन अंतर क्या पाया, क्या अंतर है इन्वेंशन का इनोवेशन?
ठीक है, और थोड़ा जिहा सोचो क्योंकि बहुत बढ़िया जा रहा है, और सोचो थोड़ा जिहा, बहुत पहले और सोचो, दिमाग लो, बट अगर बोल ही जाओगे मैं दिमाग नहीं लगूंगा। इन्वेंशन इनोवेशन थोड़ा जिहा देखो, थोड़ा जिहा जनरल व्यू किस तरह लग रहा है, क्या है ना, थोड़ा जिहा दिमाग लो, चीजें समझो। दसो प्लीज। हाँ जी गर्ल्स, तुसी दसो कुछ पता है, आइडिया है? हाँ जी बॉयज, तुम पता? ठीक है, चलो लिसन, सारे सुनियो, एक एग्जांपल दूंगा, ठीक है? उसे एक एग्जांपल दूसरी चंगी तरह क्लियर कर दूंगी कि क्या एनर्जी ब्रिज का अर्थ करता है, ठीक है? अच्छा मैंने तो पहले ने येलो बल्ब और बंद देंगे, क्लियर बल्ब और बंद देंगे, समझे ना? बनाते हैं ये देखिए किन्हें तैयार करे सिखाओ, किन्हें तैयार करे सिखाओ, किन्हें तैयार करे सिखाओ, बॉयज प्लीज, तुसी जो मार के हंस रहे हो अपने पर हंस रहे हो, और किसी पर नहीं हंस रहे हो, अपने पर हंस रहे हो, अपने करियर पर हंस रहे हो, दूसरों ने दिमाग लगाए प्लीज। आज दस नाला कोई होगा तो ना, बात से दस नाला कोई नहीं होगा, फिर तुसी आप पछताओगे कोई तो ना पछताना नहीं। ते आजकल सुन लो, थोड़ी नॉलेज ले लो, बाकी तुसी करो, इधर उम्र है सारा कुछ जेड़ा है एंजॉयमेंट करने की, ठीक है? बट वेरी गुड, क्या नाम था? थॉमस, सही बोल रहे हो, बोलो क्या नाम था? थॉमस एल्वा एडिसन, वेरी गुड। विशाल, ईशान, वेरी गुड ईशान। थॉमस एल्वा एडिसन, इन्होंने क्या करे सीगा, पहला बल्ब तैयार करे सीगा फर्स्ट, ठीक है? येलो बल्ब। ਹੁਣ ਜਿਹੜਾ येलो बल्ब तैयार करे सीगा, ਤੁਹਾਨੂੰ पता आज येलो बल्ब नहीं चलते, ਹੁਣ क्या चल रहे हैं? ਹੁਣ क्या चल रहे हैं? एलईडी चल रहे हैं। हाँ जी, एलईडी बल्ब और एडवांस बल्ब भी आता है ना। ਹੁਣ ਮੈਨੂੰ ਦੱਸੋ ਜਿਹੜਾ ਸਭ ਤੋਂ ਪਹਿਲਾਂ ਇਨਵੈਂਸ਼ਨ ਕਰੀ ਗਈ ਸੀ ਥਾਮਸ ਐਲਵਾ ਐਡੀਸਨ ਵੱਲੋਂ, ਉਸ ਬਲਬ ਤੋਂ ਪਹਿਲਾਂ ਕਿਸੇ ਨੂੰ ਪਤਾ ਸੀਗਾ ਕਿ ਅਸੀਂ ਲਾਈਟ ਇਸ ਤਰ੍ਹਾਂ ਦੇ ਸਕਦੇ? नहीं पता सी, पहला इस बारे किसी को नहीं पता सी। वो क्या सीगा फिर? इन्वेंशन। इन्वेंशन क्या हुई फिर? जिदे बारे सानू पहला कुछ नहीं पता, ਅਸੀਂ ਕਦੇ ਸੁਣਿਆ ਹੀ ਨਹੀਂ ਉਹਦੇ ਬਾਰੇ, ਉਹ ਹੁੰਦੀ ਹੈ ਇਨਵੈਂਸ਼ਨ। ਜਿਵੇਂ ਟਾਇਰ ਕਦੇ ਉਹਨਾਂ ਨੇ ਲੱਕੜ ਦੀ ਤਿਆਰ ਕਰੀ ਸੀ, ਪਤਾ ਨਹੀਂ ਸੀਗਾ ਸਾਨੂੰ ਕਿ ਅਸੀਂ ਐਦਾ ਜਿਹੜਾ ਹਾਂ ਵੀਲ ਤਿਆਰ ਕਰਕੇ ਅਸੀਂ ਚਲਾ ਸਕਦੇ, ਠੀਕ ਹੈ? ਉਸ ਤੋਂ ਬਾਅਦ ਇਨੋਵੇਸ਼ਨ ਜਿਹੜੀ ਹੋਈ, ਆਉਣ ਦੇ ਟਾਈਮ ਦੇ ਵਿੱਚ ਜਿਹੜੀ ਇਨੋਵੇਸ਼ਨ ਹੋਊਗੀ, ਆਉਣ ਦੇ ਟਾਈਮ ਦੇ ਵਿੱਚ ਹੋਰ ਐਡਵਾਂਸ ਬਦਲਾਅ ਹੋਣਗੇ। ਜਿਹੜੇ ਹੁਣ ਤੇ ਐਲਈਡੀ ਆਏ ਆ, ਜਿਹੜੇ ਵਾਈਟ ਬਲਬ ਵੀ ਆਏ, ਉਹ ਸਾਰੇ क्या है? ਉਹ क्या है? मतलब डिफरेंस क्या पाया? ਜਿਹੜਾ ਜਿਹਦੇ ਬਾਰੇ ਸਾਨੂੰ ਪਹਿਲਾਂ ਕੁਝ ਨਹੀਂ ਪਤਾ ਸੀਗਾ, ਉਹ ਸੀਗਾ ਇਨਵੈਂਸ਼ਨ, ਠੀਕ ਹੈ? ਪਰ ਉਸ ਤੋਂ ਬਾਅਦ ਜਿਹਦੇ ਬਾਰੇ ਸਾਨੂੰ ਪਤਾ ਲੱਗ ਗਿਆ, ਬਟ ਕਿਸੇ ਨਾ ਕਿਸੇ ਕਰਕੇ ਉਹਦੇ ਬਹੁਤ ਸਾਰੇ ਪ੍ਰੋਬਲਮ ਸੀਗੇ। ਕਿਵੇਂ ਪ੍ਰੋਬਲਮਸ, ਇਹ ਤਾਂ ਤੁਹਾਨੂੰ ਪਤਾ ਹੈ ਨਾ ਕਿਆ ਦਿੱਕਤਾਂ ਮਿਲਦੀ ਸੀਗੀ ਉਸ ਬਲਬ ਤੋਂ, ਦੱਸੋ ਪਲੀਜ਼ ਇੱਕ ਇੱਕ ਕਰਕੇ ਸ਼ੇਅਰ ਕਰੋ। ਹਾਂਜੀ, ਬਿਜਲੀ ਰਾਤ ਕੰਮ ਕਰਦੀ ਸੀਗੀ, ਵੈਰੀ ਗੁੱਡ। और वेरी गुड। और आप क्या करना है? हां चढ़ जल्दी सी, वेरी गुड। और ਹੁਣ ਲੱਗ ਗਿਆ ਤੁਹਾਨੂੰ, ਹੁਣ ਕਲੀਅਰ ਹੋ ਗਿਆ? ਇਹ ਪ੍ਰੋਬਲਮ ਸੋਲਵ ਕਰਦੇ ਆ ਉਹਨਾਂ ਨੇ ਐਲਈਡੀ ਲਈ। ਉਸ ਤੋਂ ਪਹਿਲਾਂ ਵਾਈਟ ਆਈ ਸੀਗੀ, ਵਾਈਟ ਤੋਂ ਐਲਈਡੀ ਬਦਲ ਗਿਆ। ਤਾਂ ਇਹ ਜਿਹੜੇ ਚੇਂजेस ਆਏ, ਆ ਗੈਪ ਆਇਆ ਨਾ, ਬਦਲਾਅ ਆਇਆ, ਉਹ ਜਿਹੜਾ ਬਦਲਾਅ ਆਇਆ ਐਲਈਡੀ ਇੱਥੋਂ ਬਲਬ ਤੋਂ ਐਲਈਡੀ ਬਲਬ ਤੱਕ ਦਾ, ਉਹ ਜਿਹੜਾ ਜਰਨੀ ਸੀਗੀ, ਉਹ ਜਿਹੜੀ ਯਾਤਰਾ ਸੀਗੀ, ਉਹ ਸੀਗੀ ਤੁਹਾਡੀ ਇਨੋਵੇਸ਼ਨ। और कोई एग्जांपल दे सकता है? सुनो थोड़े, एक और एग्जांपल देना चाहता हूं। देखो पहला, सब तो पहला क्या होते सीगे? पहला क्या होते सीगे? टेलीफोन। फोन टेलीफोन है नहीं है, फोन क्या है? स्मार्टफोन है। स्मार्टफोन कितना दे? सेंसर लगे हुए, ठीक है? इजीली जड़ा है बल्ब तैयार होती है। उन दोनों क्लियर होया? तो इन्वेंशन क्या होती है? इन्वेंशन क्या? खोज क्या होती है? जी जिसके बारे सानू पहला पता नहीं, ठीक है? हम क्या करेगा, ठीक है? इनोवेशन क्या हुई? जेडी खोज करी गई थी, ਉਹਦੇ ਚ ਬਦਲਾਅ ਕਰਿਆ ਗਿਆ ਤਾਂ ਕਿ ਹੋਰ ਵਧੀਆ ਉਸ ਚੀਜ਼ ਨੂੰ ਕਰ ਸਕਣ। ਬਸ ਹੁਣ ਤੁਹਾਨੂੰ ਪਤਾ ਲੱਗ ਗਿਆ ਡਿਫਰੈਂਸ। ਸੌਖਾ ਹੈ ਨਾ? एग्जांपल तो समझा। देखो
एग्जांपल्स में एमडी करते हो इस एग्जांपल्स को देखो पहला क्या है पहला जेड़ा सब तो पहला जेड़ा प्लेन तैयार करेगा पता है किने करे इसका पहला प्लेन द राइट वेरी गुड बहुत इंटेलिजेंट में बॉयज को सब पता है बट बोलते नहीं बट बोलता कोई नहीं है ठीक है बहुत बढ़िया क्या नाम सीखा डॉक्टर सर रंजीत सिंह वेरी गुड ठीक है सब तो पहले जेड़ा है प्लेन तैयार किने करे सीखा द राइट प्रोफेसर ठीक है उस तो बाद कुछ कमियां पाई गई हैं तो उन्होंने मॉडर्न प्लेन आजकल दे फ्लाइंग जेट हो गया डिफरेंट जेडे प्राइवेट जेट्स है वो तैयार कर देते है ना प्रॉब्लम्स देखी आइडेंटिफाई करया ते आगे बढ़ाया ठीक है अगला देखो फर्स्ट कंप्यूटर इन 1822 1822 ਦੇ ਵਿੱਚ ਫਸਟ ਕੰਪਿਊਟਰ ਤਿਆਰ ਕਰੇ ਗਏ ਸੀ ਕਿੱਦਾਂ ਸੀਗਾ ਆ ਪੂਰੇ ਕਮਰੇ ਜੁੜ ਕੇ ਜਿਹੜਾ ਵਰਗਾ ਕਮਰੇ ਵਰਗਾ ਸੀਗਾ ਕੰਪਿਊਟਰ ਐਡਾ ਕਮੀਆਂ ਕਿਆ ਕਿਆ ਸੀਗੀਆਂ ਥੋੜਾ ਦੱਸਿਓ ਮੈਨੂੰ ਸਪੇਸ ਬਹੁਤ ਵਧੀਆ ਸਪੇਸ ਲੈਂਦੇ ਸੀਗੇ और ਦੱਸੋ ਸਪੇਸ ਵਾਲਾ ਆ ਗਿਆ ਪੁਆਇੰਟ ਬਿਲਕੁਲ और ਦੱਸੋ ਹਾਂਜੀ इंटरनेट नहीं होता इसके वेरी गुड और ਦੱਸੋ एटम का करना ऊपर का पोर्टेबल नहीं सीखा वेरी गुड ठीक है और हाँ जी कोई हो गया पोर्टेबल था ठीक है फिर और ਦੱਸੋ हाँ जी कैमरा नहीं ठीक है ये सारे कोई नहीं ਦੱਸੋ ना ठीक है बहुत बढ़िया पॉइंट्स दे रहे हो केवल ਤੁਸੀਂ ਪਹਿਲਾ ਤੁਹਾਨੂੰ ਤਾਂ ਠੀਕ ਦੇ ਰਹੇ ਹੋ ਨਾ पॉइंट ठीक है जवाब दे रहे हो बहुत बढ़िया ये जवाब देके ਤੁਸੀਂ ਅੱਗੇ कर सकते हो हम कह रहे आगे मॉडर्न कंप्यूटर आ गया 2025 में मॉडर्न कंप्यूटर्स चलते हैं आ लैपटॉप हो गया आईपैड हो गया ना डिफरेंट टैब्स हो गए ने वो पोर्टेबल करके ਅਸੀਂ लेके जा सकते हैं ठीक है क्लियर हो गया सारे ਹੁਣ ਪਤਾ ਲੱਗ ਗਿਆ एग्जांपल्स इन्वेंशन ਬਾਰੇ ਕੋਈ ਬੋਲੇ ਜਦ ਤੁਹਾਨੂੰ ਪਤਾ ਲੱਗ ਜੂਗਾ ਇਨਵੈਂਸ਼ਨ ਹੁੰਦੀ ਜਿਹਦੇ ਬਾਰੇ ਸਾਨੂੰ ਪਹਿਲਾਂ ਪਤਾ ਨਹੀਂ ਸੀ ਕੰਪਿਊਟਰ ਬਾਰੇ ਤੁਹਾਨੂੰ ਪਤਾ ਨਹੀਂ ਸੀ ਪਹਿਲੀ ਵਾਰ ਉਹ ਆਈਡੀਆ ਨਿਊ ਆਇਆ इनोवेशन क्या होती है ਉਹਦੇ ਬਾਰੇ ਪਤਾ ਨਹੀਂ ਸੀਗਾ ਬਟ ਕੋਈ ਪ੍ਰੋਬਲਮਸ ਕਰਕੇ ਉਹਦੇ ਵਿੱਚ ਕੁਝ ਚੇਂजेस ਕੀਤੇ ਗਈਆਂ ਜਿਹਦੇ ਨਾਲ ਕੀ ਹੋਇਆ ਕੁਝ ਬਦਲਾਅ ਕੀਤੇ ਗਏ ਜਿਹਦੇ ਨਾਲ ਉਹ और ਵਧੀਆ ਹੋ ਗਿਆ ठीक है इजीली ਅਸੀਂ ਉਹਨੂੰ ਯੂਜ਼ ਕਰ ਸਕਦੇ ठीक है ये सारा कुछ मैं थोड़े इस तो बाद एक स्टूडेंट है थोड़े आइडियाज ਦੇ स्टूडेंट हो गए डिफरेंट स्टूडेंट्स है ਅਸੀਂ ਸੁਣਿਆ ਕਿ ਇਨਵੈਂਟਰ ਜਿਹੜੇ ਹੁੰਦੇ ਨੇ ਜਿਹੜੇ ਖੋਜਕਾਰ ਹੁੰਦੇ ਨੇ ਉਹ ਹੀ ਖੋਜ ਕਰ ਸਕਦੇ ਆ ਤੇ ਇਨੋਵੇਟ ਕਰ ਸਕਦੇ ਆ ਨਵੀਂ ਚੀਜ਼ਾਂ ਤਿਆਰ ਕਰ ਸਕਦੇ ਕਿ ਸਟੂਡੈਂਟ ਕਰ ਸਕਦੇ ਆ स्टूडेंट इनोवेशन कर सकते हैं बना सकते हैं ना वही प्रोसेस मैं अपने कुछ के 4 पॉइंटर ਦੇ ਵਿੱਚ ਉਹ प्रोसेस ਤੁਹਾਨੂੰ ਤਿਆਰ ਕਰਕੇ ਦੇਤਾ सिर्फ 4 पॉइंट्स ਇਹਨੂੰ ਫॉलो करोगे एक इनोवेशन ਤੁਹਾਡੇ ਹੱਥ 'ਚ ਹੋਊਗੀ बट इजीली फॉलो करना किस तरह देखो पहले लिखा हुआ आइडेंटिफाई डेली ਕਿਹੜੀ प्रॉब्लम्स ਤੁਹਾਨੂੰ ਆ ਰਹੀਆਂ ਉਹਨੂੰ ਪਹਿਲਾਂ ਦੇਖੋ ਹੁਣ ਦੇਖਣ ਦੇ ਨਾਲ ਤੁਸੀਂ ਦੇਖਣਾ ਜੀ ਉਹਨੂੰ ਪੁੱਛੋ ਆ ਕਿਵੇਂ ਜਦ ਤੁਸੀਂ ਦੇਖ ਰਹੇ ਹੋ ਕਿ ਤੁਰ ਕੇ ਜਾਣ ਨੂੰ ਔਖੀ ਹੋ ਰਹੀ ਹੈ ਇੱਥੇ ਕੋਈ ਬੱਸ ਨਹੀਂ ਮਿਲ ਰਹੀ ਹੈ क्या करते हैं चूड़ी मिल रही बस है ना ठीक है उस तो बाद जेड़ा ऑटो है वो भी दिखा रही है क्या रीजन क्या है पहले उसी वाई क्लियर करेंगे कि भाई आ रीजन है पता नहीं है स्टॉप नहीं इस करके नहीं खड़ते होंगे ऐसे सडन कोई नहीं दिन रहेगा फिर उसको पहले आइडेंटिफाई कर लिया ठीक है उस तो बाद क्या करिया जब तुसी ਉਹਨੂੰ ਲੱਭ ਲਿਆ ਪ੍ਰੋਬਲਮਸ ਨੂੰ ਲੱਭ ਲਿਆ ਉਸ ਤੋਂ ਬਾਅਦ ਕੰਮ ਸ਼ੁਰੂ ਕਰਿਆ ਹੁਣ ਕੰਮ ਸ਼ੁਰੂ ਕਿੱਦਾਂ ਕਰਨਾ ਤੁਹਾਡੇ ਕੋਲ ਆਈਡੀਆਜ਼ ਬਹੁਤ ਸਾਰੇ ਹੋਣਗੇ ਦੋ ਤਿੰਨ ਆਈਡੀਆਜ਼ ਇਕੱਠੇ ਹੁਣ ਤੁਹਾਡੇ ਦਿਮਾਗ ਦੇ ਵਿੱਚ ਹੋਣਾ ਸੀ ਦੇਖੋ ਕਿ ਸਮਝ ਲਓ ਸਾਈਕਲ ਚਲਾ ਰਹੇ ਹੋ ਤੁਸੀਂ ਸਾਈਕਲ ਚਲਾਉਣ ਦੀ ਜਿਹੜੀ ਚੇਨ ਹੈ ਤੁਹਾਡੀ ਉਹ ਉਤਰ ਗਈ ਠੀਕ ਹੈ ਹੁਣ ਤੁਹਾਡੇ ਕੋਲ ਤਾਂ ਦੋ ਆਈਡੀਆਜ਼ ਨੇ ਤੁਹਾਡੇ ਕੋਲ ਨਾ ਦੋ ਆਈਡੀਆਜ਼ ਨੇ ਦੋ ਆਈਡੀਆਜ਼ ਕਿਹੜੇ ਪਹਿਲਾ ਆਈਡੀਆ ਤਾਂ ਇਹ ਹੈ ਕਿ ਚੈਨ ਚੜਾਉਣੀ ਹੈ ਕੱਟ ਕੇ ਚੈਨ ਨੂੰ ਕੱਟ ਕੇ ਦੁਬਾਰਾ ਨਵੀਂ ਚੜਾ ਲਈਏ ਜਾਂ ਦੂਸਰੀ ਜਿਹੜੀ ਚੜੀ ਹੋਈ ਹੈ ਨਾ ਉਹਨੂੰ ਥੋੜਾ ਜਿਹਾ ਉੱਪਰ ਨੂੰ ਕਰਕੇ ऐसे ਘੁਮਾ ਕੇ ਫਿਰ ਚੜਾ ਲਈਏ ਹੈ ਨਾ ਤੁਹਾਡੇ ਕੋਲ ਦੋ ਆਈਡੀਆਜ਼ ਨੇ ਤੁਹਾਡਾ ਦਿਮਾਗ ਕ੍ਰਿਟੀਕਲ ਥਿੰਕਿੰਗ ਤੁਹਾਡੀ ਕਹੋਗੀ ਕਿ ਕੀ ਕਰੀਏ ਹੁਣ ਤੁਹਾਡੀ ਕ੍ਰਿਟੀਕਲ ਥਿੰਕਿੰਗ ਕਹਿੰਦੀ ਇਹਨੂੰ ਚੜਾ ਲੂਗੇ ਆਪੇ ਕੱਟਣਾ ਨਹੀਂ ਹੈ ਸੇਮ ਕੰਮ ਹੋਊਗੀ ਜੋ ਐਦਾਂ ਕਰਨਾ ਹੋਵੇ ਕਿ ਤੁਹਾਡੇ ਕੋਲ ਦੋ ਆਈਡੀਆਜ਼ ਨੇ ਤੁਹਾਡੇ ਕੋਲ ਦੋ ਆਈਡੀਆਜ਼ ਦੇ ਥਰੂ ਤੁਸੀਂ ਕਿਹੜਾ ਆਈਡੀਆ ਯੂਜ਼ ਕਰਨਾ ਉਹ ਤੁਹਾਡੇ ਉੱਤੇ ਡਿਪੈਂਡ ਕਰਦਾ ਜਿਹੜਾ ਸਭ ਤੋਂ ਵਧੀਆ ਹੋਊਗਾ ਉਹ ਤੁਹਾਡੀ ਕ੍ਰਿਟੀਕਲ ਥਿੰਕਿੰਗ ਤੁਹਾਨੂੰ ਦੱਸ ਦੇਗੀ ਕਿਉਂਕਿ ਤੁਹਾਨੂੰ ਇੰਨੀ ਕਿਸ ਕੋਰਸ ਹੈਗੀ कि किस तरह क्या करना ठीक है ये क्लियर हो गया अगले बार थर्ड है वर्किंग स्मॉल टीम ਤੁਸੀਂ ਕੋਈ ਵੀ ਪ੍ਰੋਜੈਕਟ ਤਿਆਰ ਕਰਦੇ ਹੋ ਪ੍ਰੋਜੈਕਟ ਤਿਆਰ ਕਰਿਆ ਹੈ ਜਾਂ ਸਮਝ ਲਓ ਪ੍ਰੈਕਟੀਕਲ ਵੀ ਤਿਆਰ ਕਰਨਾ ਤੁਹਾਨੂੰ ਕਹਿੰਦਾ ਕਿ ਹਾਂਜੀ ਤੁਸੀਂ ਤਿੰਨ ਜਣੇ ਹੈਗੇ ਤੁਸੀਂ ਚਾਰ ਜਣੇ ਆ ਤੁਸੀਂ ਪੰਜ ਜਣੇ ਆ ਤੁਸੀਂ ਆਪਣੀ ਪ੍ਰੋਡਕਟ ਤਿਆਰ ਕਰਕੇ ਲੈ ਕੇ ਆਣਾ ਪ੍ਰੋਜੈਕਟ ਤਿਆਰ ਕਰਕੇ ਲੈ ਕੇ ਆਣਾ ਤੁਹਾਨੂੰ ਦੱਸਦਾ ਠੀਕ ਹੈ ਹੁਣ ਤੁਸੀਂ ਪ੍ਰੋਜੈਕਟ ਤਿਆਰ ਕਰਕੇ ਆਓਗੇ ਕਰੋਗੇ ਕਿਦਾਂ ਪਹਿਲਾਂ ਬ੍ਰੇਨਸਟਾਰਮਿੰਗ ਕਰੋਗੇ ਬ੍ਰੇਨਸਟਾਰਮਿੰਗ ਮਤਲਬ ਦਿਮਾਗ ਤੋਂ ਸੋਚੋਗੇ ਹਾਂਜੀ ਇਹ ਕਰੀਏ ਹਾਂ ਇਹ ਨਹੀਂ ਕਰਨਾ ਚਾਹੀਦਾ ਉਹ ਕਰਦੇ ਆ
ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਰਹੂਗਾ ਹੈ ਨਾ। ਆ ਚੀਜ਼ ਲੈ ਕੇ ਆਉਂਦੇ ਤਾਂ ਬਾਜ਼ਾਰ ਤੋਂ ਆ ਚੀਜ਼ ਤੋਂ ਇਹਨਾਂ ਨੇ ਨਾਲ ਕਰਦੇ ਆ ਡਿਫਰੈਂਟ ਸੋਲੂਸ਼ਨ ਪਰ ਡਿਫਰੈਂਟ ਜਿਹੜੇ ਹੱਲ ਨੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰੂੰਗੇ ਕਿ ਨਹੀਂ ਕਰੂੰਗੇ, ਠੀਕ ਹੈ। ਲੱਭੂਗੇ ਉਸ ਤੋਂ ਬਾਅਦ ਆਪਣੇ ਆਈਡੀਆ ਨੂੰ ਫਿਰ ਟੈਸਟ ਕਰੂੰਗੇ। ਹਾਂ ਅਸੀਂ ਤਿਆਰ ਕਰ ਲਿਆ, ਉਹਨੂੰ ਟੈਸਟ ਕਰਦੇ ਹਾਂ, ਦੇਖ ਚੱਲੂਗਾ ਕਿ ਨਹੀਂ ਚੱਲੂਗਾ। ਹੁਣ ਟੈਸਟ ਕਾਹਦੇ ਕਰ ਰਹੇ ਹੋ, ਟੈਸਟ ਕਾਹਦੇ ਕਰ ਰਹੇ ਹੋ, ਪਤਾ ਕਰਨ ਵਾਸਤੇ ਨਾ। ਨੋਟ ਵਾਟ ਵਰਕਸ, ਦੇਖਣਾ ਹੈ ਕਿ ਕਿਹੜਾ ਕੰਮ ਕਰ ਰਹੇ ਹੋ ਐਂਡ ਵਾਟ ਫੇਲਸ, ਕਿਹੜਾ ਕੰਮ ਨਹੀਂ ਕਰ ਰਹੇ, ਕਿਹੜਾ ਕੰਮ ਕਰ ਰਹੇ ਹੋ ਵਾਟ ਵਰਕਸ ਵਾਟ ਫੇਲਸ, ਕਿਹੜਾ ਕੰਮ ਨਹੀਂ ਕਰ ਰਹੇ, ਠੀਕ ਹੈ। ਜਦ ਦੇਖ ਲਿਆ ਜਿਹੜਾ ਕੰਮ ਕਰ ਰਿਹਾ ਉਹਨੂੰ ਸੈਟ ਕਰੋ, ਜਿਹੜਾ ਕੰਮ ਨਹੀਂ ਕਰ ਰਿਹਾ ਉਹਨੂੰ ਚੱਕੋ, ਫਿਰ ਉਹ ਚ ਇੰਪਰੂਵ ਕਰੋ, ਉਹ ਚ ਫਿਰ ਠੀਕ ਕਰੋ, ठीक करके दोनों फिर अटैच करो, तो ਤੁਹਾਡਾ ਇਨੋਵੇਸ਼ਨ ਤैयार। पॉइंट क्लियर हो गया ਤੁਹਾਨੂੰ, ਨਹੀਂ क्लियर ਹੋਇਆ ਚਲੋ ਠੀਕ ਹੈ। ਮੰਨਿਆ ਜਾਂਦਾ ਕਿ ਜਿਹੜੇ ਆਈਟੀਆਈ ਹੁੰਦੇ ਨਾ, ਆਈਟੀਆਈ ਦੇ ਵਿੱਚ ਥਿਊਰੀ ਤੋਂ ਜ਼ਿਆਦਾ ਪ੍ਰੈਕਟੀਕਲ ਹੁੰਦਾ ਹੈ, ਠੀਕ ਹੈ। ਇੱਕ ਪ੍ਰੈਕਟੀਕਲ ਕਰਾ ਕੇ ਤੁਹਾਨੂੰ ਦੱਸ ਦਿੰਦੇ ਕਿ ਕਿਸ ਤਰ੍ਹਾਂ ਕਰ ਸਕਦੇ ਹੋ। ਕੁਝ 5 ਬॉयਜ਼ ਆ ਜਾਓ, 5 ਬॉयਜ਼ ਆ ਜਾਓ ਜਿਹੜੇ ਬਹੁਤ ਹੀ ਇੰਟਰਸਟਿਡ ਨੇ ਔਰ ਵਧੀਆ ਕਰਕੇ ਸੁਣਾਈ। ਇਹਨਾਂ ਨੂੰ ਕੋਈ ਕੁਐਸਚਨ ਪੁੱਟ ਨਹੀਂ ਕਰਨਾ ਹੈ। ਜਿਹਦਾ ਖੇਡ ਹੁੰਦੀ ਨਾ, ਖੇਡ ਦੇ ਥਰੂ ਨੇ ਪ੍ਰੈਕਟੀਕਲ ਦੇ ਥਰੂ ਇਹ ਸਾਰਾ ਕੁਝ ਸਮਝਾਊਗਾ ਮੈਂ ਕਿ ਕਿਸ ਤਰ੍ਹਾਂ ਕਰਨਾ। ਕਿਸੇ ਨੇ ਵੀ ਪਹਿਲਾਂ ਤਾਂ ਰੌਲਾ ਨਹੀਂ ਪਾਉਣਾ, ਹੱਸਣੇ ਵਾਲਾ ਕੋਈ ਕੰਮ ਨਹੀਂ ਕਰਨਾ ਹੈਗਾ, ਸ਼ਾਂਤੀ ਦੇ ਨਾਲ ਬੈਠ ਕੇ ਸੁਣਨਾ ਹੈ। ਜਿਹਨੇ ਹੁਣ ਹੱਸਣਾ ਜਾਂ ਰੌਲਾ ਪਾਉਣਾ ਬਾਹਰ ਪਹਿਲੇ ਹੀ ਚਲੇ ਜਾਓ। ਤੁਸੀਂ ਇੱਕ ਸਰਕਲ ਕ੍ਰੀਏਟ ਕਰ ਲਓ ਆਪਣਾ, वॉइस प्लीज आवाज ना करो ताकि तुम सारे देख सको, ठीक है। क्या रूल्स ने है ना वो पता कर सको। एक बार तुझे कर लो, देखिए वॉइस दोनों नहीं दिख रहा है, ये कहते हैं आप करने को चले क्रॉस सारे क्रॉस मैं पजल सॉल्व करना है। थोड़े सर्कल के अंदर होने चाहिए, हाथ बिना छटे सॉल्व करना है। हाथ बिना ऐसा नॉर्मल यही पसंद है ਜਿਹੜੀ ਬੈਠਾ ਹੁੰਦੀ ਹੈ ਆਪਣੇ ਜਿਹੜੇ ਹੱਥ ਨਹੀਂ ਚੱਲਦਾ ਉਹਦੇ ਅੰਦਰ ਹੀ ਰਾਤ ਥੋੜਾ ਥੱਲੇ ਝੁਕਾਓ ਹੋ ਜਾਓ ਮੰਦੀ ਚਾਹੇ ਤੁਸੀਂ ਉਹਨਾਂ ਦੇ ਨੀਚੇ ਨੂੰ ਜਾਓ, ਉੱਪਰ ਨੂੰ ਟੱਪ ਕੇ ਜਾਓ, ਜਿਵੇਂ ਮਰਜ਼ੀ ਪਰ ਹੱਥ ਨਹੀਂ ਚੱਲਦਾ। ਆਈ ਸਿਰ ਪਰ ਨਹੀਂ ਉਹ ਅੰਦਰ ਹੋਣੇ ਚਾਹੀਦੇ ਚਾਹੇ ਉੱਪਰ ਨੂੰ ਟੱਪ ਕੇ ਜਾਓ, ਨੀਚੇ ਨੂੰ ਕ੍ਰਾਸ ਕਰਕੇ ਜਾਓ, ਉਹ ਹੱਥ लेकर ट्राई करके हेलो ये जो एक्टिविटी कर रहे हैं कोई और जाके आगे करना चाहता तो 5 जने वो भी आ सकते हैं। ये एक्टिविटी इन्होंने करी है, हाथ क्रॉस करके बड़े हुए एक दूसरे के आपस ਦੇ ਵਿੱਚ ਇਹਨਾਂ ਨੇ ਪਜ਼ਲ ਸੋਲਵ ਕਰਨਾ ਹੈ ਬਿਨਾ ਹੱਥ ਛੱਡੇ ਔਰ ਮੂੰਹ ਸਰਕਲ ਦੇ ਅੰਦਰ ਨੂੰ ਹੋਣੇ ਚਾਹੀਦੇ ਆ। क्रॉस नहीं होया मेरे तो क्रॉस करो। हां जी वो भी सही है। हेल्प करना चाहता था आ सकता। मनीष कौन है ਤੁਹਾਡੇ ਚ? मनीष मनीष कौन है? हाँ जी हेलो एक मिनट हम हिंट दे रहे हैं ਜਿਹੜੇ ਚਾਰ ਤੋਂ ਹੋ ਜਾਓ ਇਹ ਐਕਟੀਵਿਟੀ ਕਰਾਉਣ ਦਾ ਜਿਹੜਾ ਸਾਡਾ ਪਰਪਸ ਸੀਗਾ ਵੀ ਤਾਂ ਕਿ ਕਿਸੇ ਪ੍ਰੋਬਲਮ ਨੂੰ ਪਹਿਲਾਂ ਆਈਡੈਂਟੀਫਾਈ ਜਿਹੜੇ ਸਟੈਪ ਲਿਖੇ ਹੋਏ ਨੇ, ਪ੍ਰੋਬਲਮ ਇਹਨਾਂ ਨੂੰ ਦਿੱਤੀ ਗਈ ਤੇ ਇਹਨਾਂ ਨੇ ਕੰਬਾਈਨ ਟੂ ਐਗਜ਼ਿਸਟਿੰਗ ਆਈਡੀਆ ਟੂ ਕ੍ਰੀਏਟ ਸਮਥਿੰਗ ਮੋਰ ਯੂਜ਼ਫੁਲ। ਇਹਨਾਂ ਦੇ ਮਾਈਂਡ ਨੇ ਕੋਈ ਇਦਾਂ ਦਾ ਕੰਬਾਈਨ ਆਈਡੀਆ ਕੀਤਾ, 5 ਜਣਿਆਂ ਦੇ ਦਿਮਾਗ ਕੰਮ ਕਰ ਰਹੇ ਸੀਗੇ ਵੀ ਕੋਈ ਇੱਧਰ ਨੂੰ ਘੁੰਮੋ ਉੱਧਰ ਨੂੰ ਘੁੰਮੋ, ਇਹਨਾਂ ਨੇ ਕੰਬਾਈਨ ਹੋ ਕੇ ਕੰਮ ਕੀਤਾ। ਵਰਕ ਇਨ ਸਮਾਲ ਟੀਮ ਟੂ ਬ੍ਰੇਨਸਟਾਰਮ ਡਿਫਰੈਂਟ ਸੋਲੂਸ਼ਨ। 5 ਜਣੇ ਸੋਚ ਰਹੇ ਸੀਗੇ, ਬ੍ਰੇਨਸਟਾਰਮਿੰਗ ਕਰ ਰਹੇ ਸੀਗੇ ਕਿ ਕਿੱਦਾਂ ਆਈਡੀਆ ਨੂੰ ਆਪਾਂ ਅੱਗੇ ਇੰਪਲੀਮੈਂਟ ਕਰ ਸਕਦੇ ਆ ਤੇ ਉਹਨਾਂ ਨੇ ਆਈਡੀਆ ਨੂੰ ਬ੍ਰੇਨਸਟਾਰਮਿੰਗ ਕਰਕੇ ਅਪਲਾਈ ਕੀਤਾ। ਟੈਸਟ ਵੀ ਕਰਿਆ ਆਈਡੀਆ ਨੂੰ, ਨੋਟ ਬਟ ਵਰਕਸ ਐਂਡ ਬਟ ਫੇਲਸ ਐਂਡ ਇੰਪਰੂਵ ਇਟ। ਤੇ ਆਈਡੀਆ ਨੂੰ ਨੋਟ ਕਰਿਆ, ਪਹਿਲਾਂ ਇਹਨਾਂ ਨੇ ਚਾਂਸ ਗਲਤ ਕਰਕੇ ਦੇਖਿਆ, ਫਿਰ ਇਹਨਾਂ ਨੇ ਨੋਟ ਕੀਤਾ ਵੀ ਕਿੱਥੇ ਸਾਡਾ ਗਲਤ ਹੋ ਰਿਹਾ ਕਿੱਥੇ ਸਹੀ ਹੋ ਰਿਹਾ, ਫਿਰ ਇਹਨਾਂ ਨੇ ਆਪਣੇ ਆਈਡੀਆ ਨੂੰ ਇੰਪਰੂਵ ਕੀਤਾ ਤਾਂ ਕਿ ਇਹ ਪਜ਼ਲ ਸੋਲਵ ਕਰ ਸਕੇ। ਅਸੀਂ ਜਿੰਨੇ ਵੀ ਸਕੂਲ ਕਾਲਜਸ ਵਿੱਚ ਗਏ ਆ, ਜ਼ਿਆਦਾ ਤੋਂ ਜ਼ਿਆਦਾ ਅਸੀਂ 10 ਤੋਂ 12 ਸਕੂਲ ਦੇ ਵਿੱਚ ਐਕਟੀਵਿਟੀ ਕਰਵਾਈ ਹੈ
ਜਿਹੜੇ ਵੀ ਟੌਪ ਲਿਸਟਡ ਦੇ ਜਿੱਥੇ ਸਾਨੂੰ ਲੱਗਦਾ ਐਕਟੀਵਿਟੀ ਕਰਵਾਉਣੀ ਚਾਹੀਦੀ ਹੈ, ਉਹਨਾਂ ਵਿੱਚੋਂ ਤੁਹਾਡਾ ਤੀਜਾ ਇੰਸਟੀਚਿਊਟ ਹੈ ਜਿੱਥੇ ਐਕਟੀਵਿਟੀ ਸੋਲਵ ਹੋਈ ਹੈ। ਨੰਦਪੁਰ ਸਾਹਿਬ ਸਕੂਲ ਸੀਗਾ, ਗਰਲ ਸਕੂਲ ਸੀਗਾ, ਸਕੂਲ ਆਫ ਐਮੀਨੈਂਸ, ਉੱਥੇ ਐਕਟੀਵਿਟੀ ਸੋਲਵ ਹੋਈ ਸੀਗੀ। ਇੱਕ ਇੰਸਟੀਚਿਊਟ ਹੋਰ ਸੀਗਾ, ਉੱਥੇ ਹੋਰ ਸੋਲਵ ਹੋਈ ਸੀਗੀ। ਤੀਜਾ ਇੰਸਟੀਚਿਊਟ ਇਹ ਹੈ ਜਿੱਥੇ ਐਕਟੀਵਿਟੀ ਸੋਲਵ ਹੋਈ ਹੈ। ਤਾਂ ਇੱਥੋਂ ਸਾਨੂੰ ਥੋੜਾ ਜਿਹਾ ਹਿੰਟ ਪਤਾ ਲੱਗਦਾ ਕਿ ਜਿਹੜੇ ਇਸ ITI ਦੇ ਸਟੂਡੈਂਟਸ ਨੇ ਉਹ ਇਨੋਵੇਟਰਸ ਹੈਗੇ ਨੇ, ਉਹਨਾਂ ਨੂੰ ਥੋੜਾ ਜਿਹਾ ਪੁਸ਼ ਕਰਨ ਦੀ ਲੋੜ ਹੈ ਤਾਂ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜੇ ਹੋਰ ਆਈਡੀਆਜ਼ ਨੇ ਉਹ ਬਾਹਰ ਆ ਸਕਣ। ਤਾਂ ਤੁਸੀਂ ਹੁਣ ਅੱਗੇ ਆਪਣੀ ਪ੍ਰੈਜੈਂਟੇਸ਼ਨ ਨੂੰ ਕੰਟੀਨਿਊ ਕਰ ਰਹੇ ਆਪਾਂ। ਬਹੁਤ ਬਹੁਤ ਮੁਬਾਰਕਾਂ ਮੁੰਡਿਆਂ ਨੂੰ, ਜਿਹੜੇ ਕਿ ਡਿਪਸ ਵਰਗੇ ਸਕੂਲ ਸੀਗੇ, ਜਿਹੜੇ ਕਿ ਡਿਪਸ ਹੋ ਗਿਆ, ਦਿੱਲੀ ਇੰਟਰਨੈਸ਼ਨਲ ਸਕੂਲ ਹੋ ਗਿਆ ਹੈ ਨਾ, ਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ, ਏਦਾਂ ਦੇ ਬੱਚਿਆਂ ਨੇ ਹੀ ਸਿਰਫ ਸੋਲਵ ਕਰੇ ਸੀਗਾ। ਤੀਜਾ ਨੰਬਰ ਤੁਹਾਡਾ ਆ ਗਿਆ ਗੱਲ ਨਹੀਂ ਹੈ, ਤੁਸੀਂ ਕਰ ਸਕਦੇ ਹੈ ਨਾ। ਅੱਛਾ, ਮੈਂ ਤੁਹਾਨੂੰ ਇੱਕ ਹੋਰ ਰੀਜ਼ਨ ਦੱਸਦਾ ਕਾਹਦੇ ਵਾਸਤੇ ਕਹਿ ਰਿਹਾ। ਅੱਛਾ ਇਹ ਤਾਂ ਦੱਸੋ ਮੈਨੂੰ, ਕੋਈ ਵੀ ਅਸੀਂ ਇਜ਼ੀਲੀ ਕੋਈ ਚੀਜ਼ ਬਣਾ ਲੈਂਦੇ ਆ ਲੋਕ, ਇੱਥੇ ਪੰਜਾਬ ਦੇ ਵਿੱਚ ਕਿਆ ਕਹਿੰਦੇ ਆ, ਕਿਆ ਬਣਾਇਆ, जुगाड़ लाया, क्या कहते हैं, जुगाड़ लाया। कहते हैं ना और इसनू शहरों के विच शुगर इनोवेशन किया जाता, क्या किया जाता, इनोवेशन। समझाया हुन थोड़ा जिहा दिमाग लाओ, थोड़ा सोचो, साडे जिहड़े पंजाब दे विच या जिहड़े विलेज एरियाज ने, पिंडां दे खेतर ने, ਇਹਦੇ ਵਿੱਚ ਇਸ ਨੂੰ ਕਿੰਨਾ ਕਾ ਹੱਲੇ ਦਾ ਵਰਡ ਮੰਨਿਆ ਜਾਂਦਾ ਕਿ ਯਾਰ ਇਹ ਤਾਂ ਕਹਿਣਾ ਹੀ ਹੁੰਦਾ। ਤੇ ਉਹ ਇਨੋਵੇਸ਼ਨ ਦੇ ਪੱਖੋਂ ਡਿਫਰੈਂਟ ਜਿਹੜੇ ਆ ਕੀ ਕਰਾਉਂਦੇ ਆ, ਪ੍ਰਤੀਯੋਗਿਤਾ ਕਰਾ ਰਹੇ ਆ, ਕੰਪੀਟੀਸ਼ਨ ਕਰਾਉਂਦੇ ਆ, ਜਿਹਨੂੰ ਅਸੀਂ ਇੱਥੇ ਇੱਕ ਦਬਿਆ ਕੁਚਲਿਆ ਵਰਡ ਸਮਝਦੇ ਆ ਨਾ, ਉਸ ਨੂੰ ਯੂਜ਼ ਕਰਕੇ ਇਨੋਵੇਸ਼ਨ ਨੂੰ ਲੈ ਕੇ ਡਿਫਰੈਂਟ ਕੰਪੀਟੀਸ਼ਨ ਕਰਾਉਂਦੇ ਆ। ਬਟ ਸਭ ਤੋਂ ਜ਼ਿਆਦਾ ਨੌਲੇਜ ਕਿਹਨਾਂ ਨੂੰ ਹੈ, ਸਾਡੇ ਵਿਲੇਜ ਏਰੀਆ ਜਿਹੜੇ ਘੱਟ ਜਿਹੜੇ ਸਰੋਤ ਹੈ ਉਹਦੀ ਯੂਜ਼ ਕਰਕੇ ਤਿਆਰ ਕਰ ਲੈਂਦੇ ਹੈ ਨਾ। ਮੰਨਦੇ ਕਿ ਨਹੀਂ ਮੰਨਦੇ ਗੱਲ ਨੂੰ? ਓਕੇ, ਤੇ ਹੁਣ ਮੈਨੂੰ ਦੱਸੋ ਗ੍ਰੀਨ ਰੈਵੋਲੂਸ਼ਨ ਬਾਰੇ ਪਤਾ ਸੀਗਾ ਸਾਰਿਆਂ ਨੂੰ, ਹਰੀ ਕ੍ਰਾਂਤੀ ਬਾਰੇ ਪਤਾ, ਜਿਹੜੀ ਪੰਜਾਬ ਦੇ ਵਿੱਚ 1966 ਦੇ ਵਿੱਚ ਭਾਰਤ ਦੇ ਵਿੱਚ ਆਈ ਸੀਗੀ, ਠੀਕ ਹੈ, 1966 ਦੇ ਵਿੱਚ ਆਈ ਸੀਗੀ। ਤੇ ਕਿਆ ਕਿਆ ਉਹਦੇ ਵਿੱਚ ਚੇਂਜਸ ਆਏ ਸੀ ਪੰਜਾਬ ਦੇ ਵਿੱਚ? ਪਹਿਲਾਂ ਦੇਖੋ ਰਾਈਸ, ਵੀਟ, ਜਿਹੜੇ ਮੇਨ ਕ੍ਰੌਪਸ ਹੁੰਦੇ ਸੀਗੇ, ਮੇਨ ਜਿਹੜੇ ਹੈ ਕ੍ਰੌਪ ਸੀਗੇ, ਉਹਦੇ ਜਿਹੜਾ ਉਤਪਾਦਨ ਹੋਇਆ ਉਹ ਬਹੁਤ ਜ਼ਿਆਦਾ ਹੋਇਆ। ਈਵਨ ਪੰਜਾਬ ਜਿਹੜਾ ਪੰਜਾਬ ਦਾ ਰਾਜ ਸੀਗਾ ਉਹ ਕੱਲਾ ਆਪਣੀ ਸਗੋਂ ਉਹਦੇ ਨਾਲ ਦੇ ਜਿਹੜੇ ਸਟੇਟ ਸੀਗੇ ਉਹਨਾਂ ਨੂੰ ਵੀ ਇੰਪੋਰਟ ਕਰੀ ਗਏ ਤਾਂ ਕਿ ਉਹਨਾਂ ਦੇ ਜਿਹੜਾ ਸਟਾਕ ਹੈ ਉਹ ਖਤਮ ਨਹੀਂ ਹੋ ਰਿਹਾ ਸੀਗਾ ਕਿ ਇੰਨਾ ਜ਼ਿਆਦਾ ਬਾਦਸ਼ਾਹ ਕਰਕੇ ਜਿਹੜਾ ਹੈ ਇਹਦਾ ਹੋਇਆ। ਉਸ ਤੋਂ ਬਾਅਦ ਫੂਡ ਸਿਕਿਉਰਿਟੀ ਫॉर ਇੰਡੀਆ ਬਣ ਗਿਆ ਸੀਗਾ ਪੰਜਾਬ। ਉਸ ਤੋਂ ਪਹਿਲਾਂ ਕਹਿ ਸਕਦੇ ਹੋ ਕਈ ਥਾਂ ਤੇ ਜਿਹੜੇ ਹੜਤਾਲ ਹੋ ਰਹੇ ਸੀਗੇ ਹੈ ਨਾ। ਉਸ ਤੋਂ ਬਾਅਦ ਅੰਨ ਦੀ ਜਿਹੜੀ ਹੈ ਕਮੀ ਬਹੁਤ ਹੋ ਗਈ ਸੀ, ਬਟ पंजाब ने उस टाइम भी हरी क्रांति ले आके उस चीज में सॉल्व करे, उस चीज ਨੂੰ उस प्रॉब्लम ਨੂੰ सॉल्व ਕਰਿਆ। ਉਸ ਤੋਂ ਬਾਅਦ ਨਾਲ ਦੇ ਨਾਲ ਇਹਦੇ ਨਾਲ ਰਿਲੇਟ ਕਰਦੇ ਸੀਗੇ ਕੌਣ ਫਾਰਮਰਸ, ਜਿਹੜੇ ਸਾਡੇ ਕਿਸਾਨ ਭਾਈ ਸੀਗੇ ਹੈ ਨਾ, ਉਹ ਰਿਲੇਟ ਕਰਦੇ ਸੀਗੇ, ਜਿਹੜੇ ਪਿੰਡਾਂ ਦੇ ਖੇਤਰ ਸੀਗੇ ਉਹ ਰਿਲੇਟ ਕਰਦੇ ਸੀਗੇ। ਜਦੋਂ ਇੱਕ ਵਾਰੀ ਹਰੀ ਕ੍ਰਾਂਤੀ ਆ ਗਈ ਇਹ ਸਾਰੇ ਚੀਜ਼ਾਂ ਦਾ ਵਿਕਾਸ ਹੋ ਗਿਆ। ਉਹਦੇ ਨਾਲ ਰਿਲੇਟ ਕਰਦੇ ਕ੍ਰੌਪ, ਮਤਲਬ ਜਿਹੜੇ ਫਸਲ, ਉਹਦੇ ਨਾਲ ਜਿਹੜੇ ਸੰਬੰਧ ਵਿੱਚ ਰੱਖ ਰਹੇ ਫਸਲ। ਉਸ ਤੋਂ ਬਾਅਦ ਉਹਦੇ ਨਾਲ ਪੰਜਾਬ ਨਾਲ ਰਿਲੇਟ ਕਰ ਰਹੇ ਜਿਹੜੇ ਬਾਕੀ ਸਟੇਟ ਏਰੀਆ ਨੇ, ਉਹਦੇ ਨਾਲ ਪੰਜਾਬ ਜਿਹੜੇ ਪੰਜਾਬ ਦੇ ਸਟੇਟ ਦੇ ਵਿੱਚ ਡਿਫਰੈਂਟ ਤੁਹਾਡੇ ਖੇਤ ਨੇ, ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ, ਉਹਨਾਂ ਦਾ ਵੀ ਵਿਕਾਸ ਹੋਇਆ ਨਾਲ ਦੇ ਨਾਲ। ਉਹ ਜਿਹੜੇ ਪਿੰਡ ਦੇ ਵਿੱਚ ਜਿਹੜਾ ਖੇਤ ਸੀਗਾ, ਖੇਤ ਹੁੰਦੇ ਸੀਗੇ ਪਿੰਡਾਂ ਦੇ ਵਿੱਚ, ਪਿੰਡਾਂ ਦਾ ਵੀ ਵਿਕਾਸ ਹੋਇਆ। ਮਤਲਬ ਇੱਕ ਚੀਜ਼ ਹੋਈ, ਇੱਕ ਕ੍ਰਾਂਤੀ ਆਈ, ਉਹਨੇ ਸਾਰੇ ਨਾਲ ਦੇ ਜਿਹੜੇ ਸੰਬੰਧਿਤ ਫੈਕਟਰ ਸੀਗੇ, ਨਾਲ ਦੇ ਜਿਹੜੇ ਸੰਬੰਧਿਤ ਕਾਰਕ ਸੀਗੇ, ਉਹਨਾਂ ਨੂੰ ਕੀ ਕਰਤਾ, ਗ੍ਰੋਥ ਚ ਲਿਆ, ਉਹਦਾ ਵਿਕਾਸ ਕਰਤਾ। ਹੁਣ ਮੈਨੂੰ ਦੱਸੋ ਇਨੋਵੇਸ਼ਨ ਨਾਲ ਕੌਣ ਰਿਲੇਟ ਕਰਦਾ? ਅਸੀਂ, ਸਾਡੇ ਵਰਗੇ ਸਟੂਡੈਂਟ, ਸਾਡੇ ਵਰਗੇ ITI ਪੋਲੀਟੈਕਨਿਕ ਸਕੂਲਸ ਹੈ ਨਾ, ਪੋਲੀਟੈਕਨਿਕ ਕਾਲਜ ਦੇ ਸਟੂਡੈਂਟਸ, ਸਕੂਲ ਦੇ ਸਟੂਡੈਂਟਸ, ਉਹ ਇਨੋਵੇਸ਼ਨ ਨਾਲ ਲਿੰਕ ਕਰਦੇ ਆ। ਸਾਡੇ ਸਕੂਲ, ਸਾਡੇ ਕਾਲਜ ਇਨੋਵੇਸ਼ਨ ਨਾਲ ਜਿਹੜਾ ਸੰਬੰਧ ਰੱਖਦੇ ਆ। ਜਦ ਇਨੋਵੇਸ਼ਨ ਦੇ ਵਿਚਕਾਰ ਰੈਵੋਲੂਸ਼ਨ ਆਉਂਦਾ ਵਾ ਜਾਂ ਆਊਗਾ, ਫਿਰ ਉਹਦੇ ਨਾਲ ਵਿਕਾਸ ਕਿਹਨਾਂ ਦਾ ਹੋਊਗਾ? ਸਾਡਾ ਆਪਣਾ ਦਾ। ਜਿਹੜੇ ਤੁਹਾਨੂੰ ਦੱਸਿਆ ਨਾ ਗ੍ਰੀਨ ਰੈਵੋਲੂਸ਼ਨ ਦਾ ਵਿਕਾਸ ਕਿਹਨਾਂ ਦਾ ਹੋਇਆ? ਜਿਹੜੇ ਉਹਦੇ ਨਾਲ ਸੰਬੰਧ ਰੱਖਦੇ ਸੀ, ਉਹ ਕਿਸਾਨ, ਉਹ ਰੂਰਲ ਏਰੀਆ, ਉਹ ਜਿਹੜੇ ਤੁਹਾਡੇ ਪੇਂਡੂ ਖੇਤਰ ਨੇ, ਉਹ ਵਿਕਾਸ ਕਰਦੇ ਸੀਗੇ, ਉਹਦੇ ਨਾਲ
ਵਿਕਾਸ ਕਿਵੇਂ ਦਾ ਹੋਇਆ ਉਹਨਾਂ ਦਾ ਜਿਹੜੇ ਸੰਬੰਧ ਰੱਖਦੇ ਸੀ ਇਨੋਵੇਸ਼ਨ ਨਾਲ ਵਿਕਾਸ ਤੋਂ ਹੋਇਆ ਜਿਹੜਾ ਹੈ ਇਨੋਵੇਸ਼ਨ ਨਾਲ ਕੌਣ ਸੰਬੰਧ ਰੱਖਦਾ ਹੈ ਸਾਡੇ ਵਰਗੇ ਸਟੂਡੈਂਟ ਜੇ ਇਹਨਾਂ 'ਚ ਡਿਫਰੈਂਸ ਹੋਇਆ ਇਹਨਾਂ ਦੇ ਵਿਚਕਾਰ ਰੈਵੋਲੂਸ਼ਨ ਆਈ ਇਹਨਾਂ 'ਚ ਕ੍ਰਾਂਤੀ ਆਈ ਤਾਂ ਕਿਹਦੇ 'ਚ ਕ੍ਰਾਂਤੀ ਆਊਗੀ ਸਾਡੇ 'ਚ ਸਾਡੇ 'ਚ ਗਰੋਥ ਹੁਣ ਤੁਹਾਨੂੰ ਕਲੀਅਰ ਹੋਇਆ ਜੀ ਤਾਂ ਹੀ ਅਸੀਂ ਡਿਵੈਲਪਡ ਕੰਟਰੀਜ਼ ਬਣ ਸਕਦੇ ਜਿਹੜਾ ਕਹਿੰਦੇ ਸੀ ਨਾ ਵਿਕਸਿਤ ਦੇਸ਼ ਤਾਂ ਹੀ ਬਣ ਸਕਦੇ ਹੁਣ ਹੋਊਗਾ ਕਿਦਾਂ ਜਿਹੜੇ ਗਿਣੇ ਜਿਹੜੇ ਏਰੀਆਜ਼ ਨੂੰ ਯੂਜ਼